ਜਿਹੜਾ 2-3 ਦਿਨ ਪਹਿਲਾਂ ਉਹ ਲਾਈਵ ਹੋ ਕੇ ਚਰਚਾ ਦੇ ਵਿੱਚ ਆਇਆ। ਜੇ ਤੁਸੀਂ ਉਹਦੀ ਉਹ ਵੀਡੀਓ ਦੇਖੀ ਹੋਵੇ, ਉਹਦੇ ਵਿੱਚ ਉਹ ਲਗਭਗ ਹਰ ਸੈਂਟੈਂਸ ਖਤਮ ਹੋਣ 'ਤੇ, ਸ਼ੁਰੂ ਹੋਣ 'ਤੇ, ਈਵਨ ਇਨ ਬਿਟਵੀਨ ਵੀ ਗਾਲ ਉਹਦੀ ਜ਼ੁਬਾਨ ਦੇ ਉੱਤੇ ਹੈ। ਸਿੱਧੂ ਮੂਸੇਵਾਲਾ ਜੋ ਲੋਕਾਂ ਦੇ ਵਿੱਚ ਕਾਫੀ ਪ੍ਰਚਲਿਤ ਆ ਅੱਜ ਕੱਲ੍ਹ, ਉਹਨਾਂ ਦੇ ਵੱਲੋਂ ਜੋ ਗਾਣਾ ਕੱਢਿਆ ਗਿਆ ਸੀ ਉਹਦੇ ਵਿੱਚ ਸਰੀ ਦੇ ਪੱਤਰਕਾਰਾਂ ਨੂੰ ਅਬਿਊਜ਼ਿਵ ਲੈਂਗੁਏਜ ਵਰਤੀ ਗਈ ਸੀ। ਸਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਬੈਨ ਕੀਤਾ ਗਿਆ ਹੈਗਾ ਹੈ ਇਸ ਸਿੰਗਰ ਨੂੰ ਗਾਉਣ ਦੇ ਉੱਤੋਂ। RCMP ਦੇ ਵੱਲੋਂ ਬੈਨ ਕੀਤਾ ਗਿਆ। ਬਦਨਾਮ ਨਾ ਹੋਏ ਤਾਂ ਕਿਆ ਨਾਮ ਨਾ ਹੋਗਾ। ਉਸ ਗਾਇਕ ਦੇ ਉੱਤੇ ਇਹ ਗੱਲ ਵੀ ਬੜੀ ਟੁੱਕਦੀ ਹੈ। ਹੁਣ ਗੱਲ ਰਹੀ ਹੈ ਪੱਤਰਕਾਰਾਂ ਨੂੰ ਜਿਹੜੀ ਉਹਦੇ ਵੱਲੋਂ ਡਾਇਰੈਕਟ ਤੌਰ ਤੇ ਗਾਲ ਕੱਢੀ ਗਈ ਹੈ ਤੇ ਜੇ ਮੀਡੀਆ ਉਹਦੀ ਗਲਤ ਨੂੰ ਗਲਤ ਕਹਿ ਰਿਹਾ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਉੱਠ ਕੇ ਮੀਡੀਆ ਨੂੰ ਗਾਲ ਕੱਢਣੀ ਸ਼ੁਰੂ ਕਰ ਦੇ। ਮੈਂ ਫਿਰ ਉਹੀ ਗੱਲ ਕਹਿ ਰਹੀ ਹਾਂ ਕਿ ਪ੍ਰਸਿੱਧ ਹੋਣ ਦੇ ਵਿੱਚ ਤੇ ਮਹਾਨ ਹੋਣ ਦੇ ਵਿੱਚ ਫਰਕ ਹੁੰਦਾ। ਜਦੋਂ ਜਿਹੜਾ ਗਰੂਰ ਹੈ ਇਹਨਾਂ ਦੇ ਦਿਮਾਗ ਨੂੰ ਚੜ ਜਾਂਦਾ, ਉਹ ਕੋਈ ਵੀ ਬੰਦਾ ਹੋਵੇ, ਉਹ ਕੰਮ ਖਰਾਬ ਕਰਦਾ। ਜਿਵੇਂ ਰਣਜੀਤ ਬਾਵਾ ਦਾ ਗਾਣਾ ਆਇਆ ਹੈਗਾ ਆ, ਉਹਦੇ ਤੇ ਪਰਚਾ ਹੋ ਗਿਆ ਹੈਗਾ ਆ ਸੱਚ ਦੀ ਆਵਾਜ਼। ਕਈ ਨਹੀਂ, ਮੈਂ ਕਹੂੰਗੀ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਪੱਤਰਕਾਰੀ ਦੀ ਦੁਨੀਆ ਇੱਕ ਵੱਖਰੀ ਦੁਨੀਆ ਹੁੰਦੀ ਹੈ, ਜਿੱਥੇ ਪੱਤਰਕਾਰ ਇੱਕ ਜਗ੍ਹਾ ਤੋਂ ਇਨਫੋਰਮੇਸ਼ਨ ਇਕੱਠੀ ਕਰਕੇ, ਇੱਕ ਸੱਚੀ ਇਨਫੋਰਮੇਸ਼ਨ ਇਕੱਠੀ ਕਰਕੇ, ਪਹਿਲਾਂ ਉਹਨਾਂ ਨੂੰ ਆਪ ਉਹਦੇ ਬਾਰੇ ਜਾਣਕਾਰੀ ਹਾਸਿਲ ਕਰਕੇ ਫਿਰ ਲੋਕਾਂ ਦੇ ਤੱਕ ਵੰਡਦਾ ਹੈਗਾ ਹੈ। ਸੋ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜੀ ਸੱਚੀ ਪੱਤਰਕਾਰਤਾ ਹੈਗੀ ਆ, ਉਹ ਕਿਤੇ ਨਾ ਕਿਤੇ ਅਲੋਪ ਹੁੰਦੀ ਜਾ ਰਹੀ ਹੈ। ਪਰ ਕੁਝ ਕੁ ਪੱਤਰਕਾਰ ਨੇ ਜਿਹੜੇ ਸੱਚੀਆਂ ਖਬਰਾਂ, ਸੱਚੀਆਂ ਘਟਨਾਵਾਂ ਨੂੰ ਲੈ ਕੇ ਆਵਾਜ਼ ਉਠਾਉਂਦੇ ਨੇ, ਸੱਚ ਨੂੰ ਲੈ ਕੇ ਆਵਾਜ਼ ਉਠਾਉਂਦੇ ਨੇ। ਲੋਕਤੰਤਰ ਦੀ ਦੁਨੀਆ ਦੇ ਵਿੱਚ ਮੀਡੀਆ ਨੂੰ ਚੌਥਾ ਥੰਮ ਵੀ ਕਿਹਾ ਜਾਂਦਾ ਤੇ ਮੀਡੀਆ ਜਿਹੜਾ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈਗਾ। ਮੀਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਬੁਲੰਦ ਆਵਾਜ਼, ਬੇਬਾਕ ਆਵਾਜ਼ ਹੁੰਦੀ ਹੈ ਇੱਕ ਪੱਤਰਕਾਰ ਦੀ। ਸੋ ਪੱਤਰਕਾਰੀ ਦੀ ਦੁਨੀਆ ਦੇ ਵਿੱਚੋਂ ਇੱਕ ਨਾਮ, ਅੱਜ ਇੱਕ ਸ਼ਖਸੀਅਤ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਹਾਂ। ਸੋ ਉਹਨਾਂ ਦਾ ਸਫ਼ਰ ਦੂਰਦਰਸ਼ਨ ਤੋਂ ਸ਼ੁਰੂ ਹੋਇਆ ਤੇ ਦੂਰਦਰਸ਼ਨ ਤੋਂ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਰੇਡੀਓ ਤੇ ਕੰਮ ਕੀਤਾ, UK ਦੇ ਵਿੱਚ ਰੇਡੀਓ ਤੇ ਕੰਮ ਕੀਤਾ ਤੇ ਫਿਰ ਬਾਅਦ ਵਿੱਚ ਆਏ ਕੈਨੇਡਾ ਦੀ ਧਰਤੀ ਦੇ ਉੱਤੇ। ਤੇ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਵੀ ਉਹਨਾਂ ਨੇ ਰੇਡੀਓ ਦੀ ਦੁਨੀਆ ਦੇ ਵਿੱਚ ਆਪਣੀ ਆਵਾਜ਼ ਨੂੰ ਕਾਇਮ ਕੀਤਾ, ਆਪਣਾ ਨਾਮ ਬਣਾਇਆ ਤੇ ਹੁਣ ਹਾਲ ਹੀ ਦੇ ਵਿੱਚ ਉਹ ਫਸਟ ਵਿਮਨ ਪ੍ਰੈਜ਼ੀਡੈਂਟ ਆਫ ਪੰਜਾਬੀ ਪ੍ਰੈਸ ਕਲੱਬ ਆਫ BC ਬਣੇ ਨੇ, ਜੋ ਕਿ ਮਾਣ ਵਾਲੀ ਗੱਲ ਹੈ। ਸੋ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਚਾਹੇ ਉਹ ਅਸੀਂ ਸੱਭਿਆਚਾਰ ਦੀ ਦੁਨੀਆ ਦੇ ਵਿੱਚ ਲਾ ਲਈਏ, ਰਾਜਨੀਤੀ ਦੀ ਦੁਨੀਆ ਦੇ ਵਿੱਚ ਲਾ ਲਈਏ, ਤੇ ਸੱਚਾ ਪੱਤਰਕਾਰ ਉਹੀ ਹੁੰਦਾ ਜੋ ਆਪਣੀ ਆਵਾਜ਼ ਬੁਲੰਦ ਕਰਕੇ ਸਾਹਮਣੇ ਆਉਂਦਾ। ਸੋ ਅੱਜ ਮੇਰੇ ਨਾਲ ਨੇ ਨਵਜੋਤ ਕੌਰ ਢਿੱਲੋਂ ਜੀ, ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਜਾਰੀ ਕਰਦੇ ਹਾਂ। ਸੋ ਨਵਜੋਤ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਅਰਸ਼, ਮੈਨੂੰ ਬੁਲਾਉਣ ਦੇ ਲਈ। ਥੈਂਕ ਯੂ ਸੋ ਮਚ। ਬਿਲਕੁਲ ਨਵਜੋਤ ਜੀ, ਜਿੱਦਾਂ ਅਸੀਂ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਗੱਲ ਕੀਤੀ ਹੈ ਕਿ ਇੱਕ ਪੱਤਰਕਾਰ ਦੀ ਆਵਾਜ਼ ਬੁਲੰਦ ਆਵਾਜ਼ ਹੋਣੀ ਚਾਹੀਦੀ ਹੈ, ਬੇਬਾਕ ਆਵਾਜ਼ ਹੋਣੀ ਚਾਹੀਦੀ ਹੈ, ਤੇ ਤੁਹਾਡੀ ਆਵਾਜ਼ ਉਹਨਾਂ ਦੇ ਵਿੱਚੋਂ ਇੱਕ ਹੈਗੀ ਹੈ। ਇੰਨੇ ਸਾਲਾਂ ਦੇ ਵਿੱਚ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਹੈਗੇ ਹੋ ਤੁਸੀਂ, ਤੇ ਕਿੱਦਾਂ ਦਾ ਐਕਸਪੀਰੀਅੰਸ ਮੰਨਦੇ ਹੋ? ਪਹਿਲੀ ਗੱਲ ਤਾਂ ਐਕਸਪੀਰੀਅੰਸ ਮੈਂ ਕੁੱਲ ਮਿਲਾ ਕੇ ਚੰਗਾ ਐਕਸਪੀਰੀਅੰਸ ਕਹੂੰਗੀ। ਤੇ ਇਹ ਹੈ ਕਿ ਜਦੋਂ ਅਸੀਂ ਪੱਤਰਕਾਰੀ ਪੜ੍ਹਦੇ ਸੀ, ਉਸ ਤੋਂ ਬਾਅਦ ਜਦੋਂ ਫੀਲਡ ਦੇ ਵਿੱਚ ਆ ਗਏ, ਉਹ ਇੱਕ ਵੱਡਾ ਡਿਫਰੈਂਸ ਜ਼ਰੂਰ ਦੇਖਣ ਨੂੰ ਮਿਲਦਾ। ਉਹ ਸਾਡੀ ਇੱਕ ਸੁਪਨਿਆਂ ਦੀ ਦੁਨੀਆ ਹੁੰਦੀ ਹੈ, ਜਾਂ ਸਾਨੂੰ ਪੜ੍ਹਾਇਆ ਜਾਂਦਾ ਹੈ ਕਿ ਪੱਤਰਕਾਰ ਨੂੰ ਪ੍ਰੈਸ਼ਰ ਨਹੀਂ ਲੈਣੇ ਚਾਹੀਦੇ, ਉਹਨੂੰ ਅਨਬਾਇਸਡ ਹੋ ਕੇ ਉਹਨੂੰ ਨਿਊਜ਼ ਲਿਖਣੀ ਚਾਹੀਦੀ ਹੈ, ਆਪਣੀ ਗੱਲ ਕਹਿਣੀ ਚਾਹੀਦੀ ਹੈ। ਜਿਸ ਤਰ੍ਹਾਂ ਇੱਕ ਇਮੇਜ ਆਪਾਂ ਦੇਖਦੇ ਹੁੰਦੇ ਹਾਂ ਨਾ ਫਿਲਮਾਂ ਦੇ ਵਿੱਚ, ਕਿ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦਾ ਸੀ, ਇੱਕ ਬੜਾ ਸਾਦਾ ਜਿਹਾ ਉਹ ਵਿਅਕਤੀ ਹੁੰਦਾ ਸੀ, ਝੋਲਾ ਪਾ ਕੇ, ਖੱਦਰ ਦਾ ਕੁੜਤਾ ਪਜਾਮਾ ਪਾ ਕੇ। ਖੈਰ, ਹੁਣ ਪੱਤਰਕਾਰਾਂ ਦੀ ਜਿਹੜੀ ਦਿੱਖ ਹੈ, ਇਮੇਜ ਹੈ, ਉਹ ਕਾਫੀ ਹੱਦ ਤੱਕ ਚੇਂਜ ਹੋ ਗਈ ਹੈ। ਗੱਲ ਰਹੀ ਕੁੱਲ ਮਿਲਾ ਕੇ ਪੱਤਰਕਾਰੀ ਕਰਨ ਦੀ, ਰੁਜ਼ਗਾਰ ਦੀ, ਕਿੱਤੇ ਦੀ, ਇਹ ਵੀ ਮੈਂ ਪਿਛਲੇ 24 ਸਾਲਾਂ ਦੇ ਦੌਰਾਨ ਬਹੁਤ ਚੇਂਜਸ ਦੇਖੀਆਂ ਹੈਗੀਆਂ। ਪਰ ਮੈਂ ਜੇ ਆਪਣੇ ਤਜਰਬੇ ਦੀ ਗੱਲ ਕਰਾਂ, ਹਾਂ, ਪ੍ਰੈਸ਼ਰਸ ਬਹੁਤ ਰਹਿੰਦੇ ਨੇ। ਪ੍ਰੈਸ਼ਰਸ ਇੰਟਰਨਲ ਵੀ ਹੁੰਦੇ ਨੇ, ਐਕਸਟਰਨਲ। ਇੰਟਰਨਲ ਮੀਨਸ ਜਿਸ ਆਰਗੇਨਾਈਜੇਸ਼ਨ ਦੇ ਲਈ ਤੁਸੀਂ ਕੰਮ ਕਰਦੇ ਹੋ, ਉੱਥੇ ਕਿਹੋ ਜਿਹਾ ਮਾਹੌਲ ਮਿਲ ਰਿਹਾ, ਤੁਸੀਂ ਜਿੰਨਾ ਮਰਜ਼ੀ ਨਿਰਪੱਖ ਹੋ ਕੇ ਜਾਂ ਤੁਸੀਂ ਇੰਡੀਪੈਂਡੈਂਟ ਹੋ ਕੇ ਸੱਚੀ ਗੱਲ, ਆਪਣੀ ਗੱਲ, ਲੋਕਾਂ ਦੀ ਗੱਲ ਕਹਿਣਾ ਚਾਹੁੰਦੇ ਹੋ। ਕਈ ਵਾਰੀ ਇਹ ਗੱਲ ਮੈਂ ਖੁਦ ਵੀ ਮਹਿਸੂਸ ਕੀਤੀ ਹੈ ਵੱਖ-ਵੱਖ ਸੰਸਥਾਵਾਂ 'ਚ ਕੰਮ ਕਰਦੇ ਹੋਏ, ਕਿ ਜਿਹੜਾ ਇੰਟਰਨਲ ਪ੍ਰੈਸ਼ਰ ਹੈ ਸੰਸਥਾਵਾਂ ਦਾ, ਮੀਡੀਆ ਦੀਆਂ ਸੰਸਥਾਵਾਂ ਦਾ, ਉਹ ਭਾਰੂ ਹੋ ਜਾਂਦਾ। ਅਤੇ ਉੱਥੇ ਬਹੁਤੀ ਵਾਰੀ ਮੈਂ ਪੱਤਰਕਾਰ ਨੂੰ
ਬੇਵਸ ਹੁੰਦੇ ਵੀ ਦੇਖਿਆ ਹੈ। ਬਾਕੀ ਰਹੀ ਐਕਸਟਰਨਲ ਪ੍ਰੈਸ਼ਰਸ ਦੀ ਗੱਲ, ਗਵਰਨਮੈਂਟ ਦਾ ਜਾਂ ਹੋਰ ਪੈਸੇ ਦਾ, ਵੱਡੀਆਂ ਕੰਪਨੀਜ਼ ਦਾ, ਇਹ ਪ੍ਰੈਸ਼ਰ ਵੀ ਬਣਦੇ ਰਹਿੰਦੇ ਨੇ। ਮੈਂ ਕੁੱਲ ਮਿਲਾ ਕੇ ਇਹ ਗੱਲ ਕਹੂੰਗੀ ਕਿ ਪੱਤਰਕਾਰੀ ਅਸਲ ਦੇ ਵਿੱਚ ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਭਰਿਆ ਕੰਮ ਰਹੀ ਹੈ ਤੇ ਇਸ ਵੇਲੇ ਵੀ ਹੈ। ਬਿਲਕੁਲ ਚੁਣੌਤੀ ਭਰਿਆ ਕੰਮ ਹੈਗਾ ਆ ਤੇ ਸਾਨੂੰ ਮਾਣ ਹੈ ਕਿ ਤੁਸੀਂ ਹੁਣ ਪੰਜਾਬੀ ਪ੍ਰੈਸ ਕਲੱਬ ਆਫ BC ਦੇ ਜਿਹੜੇ ਪਹਿਲੇ ਔਮਨ ਪ੍ਰੈਜ਼ੀਡੈਂਟ ਬਣੇ ਹੈਗੇ ਆ, ਉਹਦੇ ਲਈ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ। ਤੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੈਗੇ ਹੋ? ਥੈਂਕ ਯੂ ਸੋ ਮੱਚ। ਮੈਂ ਕਲੱਬ ਦੇ ਜਿਹੜੇ ਮੈਂਬਰਸ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਇਸ ਗੱਲ ਦੇ ਲਈ। ਮੈਂ ਹੈਜ਼ੀਟੈਂਟ ਸੀ, ਮੈਂ ਸੱਚੀ ਗੱਲ ਦੱਸਦੀ ਹਾਂ। ਮੈਂ ਬਣਨਾ ਨਹੀਂ ਸੀ ਚਾਹੁੰਦੀ ਕਿਉਂਕਿ ਮੈਂ ਕਦੇ ਅਹੁਦਿਆਂ ਦੀ ਦੌੜ ਦੇ ਵਿੱਚ ਰਹੀ ਨਹੀਂ। ਮੈਨੂੰ ਲੱਗਦਾ ਕਿ ਜੇ ਕੰਮ ਕਰਨਾ ਹੋਵੇ, ਤੁਸੀਂ ਇੱਕ ਸਧਾਰਨ ਮੈਂਬਰ ਹੋ ਕੇ ਵੀ ਜਾਂ ਇੱਕ ਆਮ ਵਿਅਕਤੀ ਹੋ ਕੇ ਵੀ ਕੰਮ ਕਰ ਸਕਦੇ ਹੋ। ਪਰ ਸਟਿਲ ਮੈਨੂੰ ਕਲੱਬ ਦੇ ਮੈਂਬਰਾਂ ਨੇ ਜਿਹੜਾ ਮਾਣ ਦਿੱਤਾ ਤੇ ਮੈਂ ਉਹਦੇ ਲਈ ਸ਼ੁਕਰਗੁਜ਼ਾਰ ਹਾਂ। ਕੋਸ਼ਿਸ਼ ਕਰਾਂਗੀ ਕਿ ਇਹ ਕੰਮ ਜਿਹੜਾ ਉਹਨਾਂ ਨੇ ਮੈਨੂੰ ਸੌਂਪਿਆ ਹੈ, ਅਸੀਂ ਰਲ ਮਿਲ ਕੇ ਇਹ ਕੰਮ ਕਰੀਏ, ਕਿਉਂਕਿ ਪੰਜਾਬੀ ਪ੍ਰੈਸ ਕਲੱਬ ਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਪੱਤਰਕਾਰਾਂ ਦੀ ਇੰਡੀਪੈਂਡੈਂਸ 'ਤੇ ਕੰਮ ਹੋਵੇ, ਉਹ ਪ੍ਰੈਸ਼ਰ ਫ੍ਰੀ ਹੋ ਕੇ ਕੰਮ ਕਰਨ। ਜਿੱਥੇ ਕਿਤੇ ਵੀ ਦੁਨੀਆ ਭਰ ਵਿੱਚ ਪੱਤਰਕਾਰਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਜਾਂ ਧੱਕਾ ਉਹਨਾਂ ਦੇ ਨਾਲ ਹੋ ਰਿਹਾ ਹੈ, ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ ਤੇ ਉਹ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਆਵਾਜ਼ ਬੁਲੰਦ ਬਹੁਤ ਸਾਰੇ ਤੁਹਾਡੇ ਵਰਗੇ ਲੋਕ ਕਰਦੇ ਨੇ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪ੍ਰੈਸ਼ਰ ਹੁੰਦਾ ਆ, ਸੰਸਥਾਵਾਂ ਦਾ ਪ੍ਰੈਸ਼ਰ ਹੁੰਦਾ ਆ, ਆਵਾਜ਼ ਕਈ ਵਾਰ ਦਬਾਅ ਵੀ ਦਿੱਤੀ ਜਾਂਦੀ ਹੈ। ਪਰ ਕਈ ਪੱਤਰਕਾਰ ਅਜਿਹੇ ਹੁੰਦੇ ਨੇ ਜੋ ਬੇਬਾਕ ਹੋ ਕੇ ਸਾਹਮਣੇ ਆਉਂਦੇ ਨੇ, ਸੱਚ ਦੇ ਲਈ ਆਵਾਜ਼ ਉਠਾਉਂਦੇ ਨੇ, ਸਮਾਜ ਦੇ ਵਿੱਚ ਜੋ ਗਲਤ ਹੋ ਰਿਹਾ ਉਹਨੂੰ ਗਲਤ ਕਹਿੰਦੇ ਨੇ, ਸਹੀ ਹੋ ਰਿਹਾ ਉਹਨੂੰ ਸਹੀ ਕਹਿੰਦੇ ਨੇ। ਹੁਣ ਹਾਲ ਹੀ ਦੇ ਵਿੱਚ ਅਸੀਂ ਜਦੋਂ ਇੰਡੀਆ ਦੀ ਗੱਲ ਕਰ ਲਈਏ ਜਾਂ ਹੋਰ ਕੰਟਰੀਜ਼ ਦੀ ਗੱਲ ਕਰ ਲਈਏ, ਉੱਥੇ ਪੱਤਰਕਾਰੀ ਦਾ ਮਾਹੌਲ ਡਿਫਰੈਂਟ ਤਰ੍ਹਾਂ ਦਾ ਹੋ ਗਿਆ, ਲੈਵਲ ਡਿਫਰੈਂਟ ਤਰ੍ਹਾਂ ਦਾ ਹੋ ਗਿਆ। ਤੇ ਹੁਣ ਅਸੀਂ ਸਰੀ ਦੇ ਵਿੱਚ ਰਹਿੰਦੇ ਹੋਏ, BC ਦੇ ਵਿੱਚ ਰਹਿੰਦੇ ਹੋਏ ਇੱਕ ਨਵਾਂ ਮੁੱਦਾ ਜਿਹੜਾ ਸਾਹਮਣੇ ਆ ਰਿਹਾ, ਇੱਕ ਨਾਮਵਰ ਗਾਇਕ ਦੇ ਵੱਲੋਂ ਸਰੀ ਦੇ ਕੁਝ ਕੁ ਪੱਤਰਕਾਰਾਂ ਨੂੰ, ਨਾਮਵਰ ਗਾਇਕ ਦਾ ਨਾਮ ਵੀ ਆਪਾਂ ਇੱਥੇ ਮੈਂਸ਼ਨ ਕਰ ਲੈਂਦੇ ਆ, ਸਿੱਧੂ ਮੂਸੇਵਾਲਾ, ਜੋ ਲੋਕਾਂ ਦੇ ਵਿੱਚ ਕਾਫੀ ਪ੍ਰਚਲਿਤ ਆ ਅੱਜ ਕੱਲ੍ਹ, ਉਹਨਾਂ ਦੇ ਵੱਲੋਂ ਜੋ ਗਾਣਾ ਕੱਢਿਆ ਗਿਆ ਸੀ ਉਹਦੇ ਵਿੱਚ ਸਰੀ ਦੇ ਪੱਤਰਕਾਰਾਂ ਨੂੰ ਅਬਿਊਜ਼ਿਵ ਲੈਂਗੁਏਜ ਵਰਤੀ ਗਈ ਸੀ, ਸ਼ਰੇਆਮ ਗਾਲ ਕੱਢੀ ਗਈ ਸੀ ਜੇ ਕਹਿ ਸਕਦੇ ਹਾਂ ਤਾਂ ਅਸੀਂ। ਉਹਨੂੰ ਦੇਖ ਕੇ ਤੁਸੀਂ ਕੀ ਸੋਚਦੇ, ਇਹਦੇ ਤੇ ਕੀ ਸੋਚਣੀ ਹੈ ਜਦੋਂ ਕਿਸੇ ਪੱਤਰਕਾਰ ਨੂੰ ਸ਼ਰੇਆਮ ਇੱਦਾਂ ਕਿਹਾ ਜਾਂਦਾ? ਮੈਂ ਪਹਿਲੀ ਗੱਲ ਇਸ ਗੱਲ ਦੀ ਬੜੀ ਖੁੱਲ੍ਹ ਕੇ ਨਿੰਦਾ ਕਰਦੀ ਹਾਂ। ਉਸ ਤੋਂ ਥੋੜ੍ਹੀ ਇਹ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਗੱਲ ਕਰਨਾ ਚਾਹੁੰਦੀ ਹਾਂ। ਦੇਖੋ, ਤੁਸੀਂ ਨਾਮਵਰ ਗਾਇਕ ਕਿਹਾ, ਨਾਮਵਰ ਗਾਇਕ, ਨਾਮਵਰ ਹੋਣਾ ਤੇ ਇੱਕ ਕਹਿੰਦੇ ਪ੍ਰਸਿੱਧ ਹੋਣ ਤੇ ਮਹਾਨ ਹੋਣ ਦੇ ਵਿੱਚ ਫਰਕ ਹੁੰਦਾ ਹੈ। ਤੇ ਇੱਕ ਹੋਰ ਤੁਸੀਂ ਗੱਲ ਸੁਣੀ ਹੋਣੀ, ਆਪਾਂ ਬਹੁਤ ਦੇਰ ਤੋਂ ਸੁਣਦੇ ਆਏ ਹਾਂ, ਬਦਨਾਮ ਨਾ ਹੋਏ ਤਾਂ ਕਿਆ ਨਾਮ ਨਾ ਹੋਗਾ। ਉਸ ਗਾਇਕ ਦੇ ਉੱਤੇ ਇਹ ਗੱਲ ਵੀ ਬੜੀ ਟੁੱਕਦੀ ਹੈ। ਉਹਨੇ ਸ਼ਰੇਆਮ ਬੇਬਾਕ ਹੋ ਕੇ ਇਹੋ ਜਿਹੀਆਂ ਗੱਲਾਂ ਕੀਤੀਆਂ, ਪਰ ਇਹ ਦੇਖਿਆ ਕਿ ਉਹਦਾ ਇਹ ਜਿਹੜਾ ਸਿਲਸਿਲਾ ਸੀ ਸਮਾਜ ਦੇ ਕਈ ਵਰਗਾਂ ਦੇ ਲਈ ਜਾਂ ਖਾਸ ਕਰਕੇ ਮੈਂ ਨੌਜਵਾਨਾਂ ਦੇ ਲਈ, ਮੈਂ ਕਹਿੰਦੀ ਇੱਕ ਵੱਡਾ ਨੁਕਸਾਨ ਹੋਇਆ। ਤੁਸੀਂ ਬਲੀਵ ਨਹੀਂ ਕਰੋਗੇ ਕਿ ਮੈਂ ਆਪਣੇ ਘਰ ਵਿੱਚ, ਮੇਰੇ ਬੱਚੇ ਛੋਟੇ ਨੇ, ਉਹਨਾਂ ਨੂੰ ਟੈਂਪਟੇਸ਼ਨ ਹੁੰਦੀ ਆ ਕਿ ਅਸੀਂ ਉਸ ਗਾਇਕ ਦੇ ਗਾਣੇ ਸੁਣੀਏ, ਗੀਤ ਸੁਣੀਏ, ਔਰ ਮੈਂ ਇਸ ਚੀਜ਼ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਸੀ ਵੀ ਇਹ ਸਾਡੇ ਘਰ ਦੇ ਵਿੱਚ ਇਹ ਨਹੀਂ ਚੱਲੂਗਾ। ਪਰ ਰੀਸੈਂਟਲੀ ਬੱਚਿਆਂ ਨੇ ਪ੍ਰੈਸ਼ਰ ਪਾ ਕੇ ਜਾਂ ਜਿਸ ਤਰ੍ਹਾਂ ਵੀ ਕਰਕੇ ਉਹ ਗੀਤ ਚਲਾਉਣੇ ਸ਼ੁਰੂ ਕਰ ਦਿੱਤੇ। ਪਰ ਹੁਣ ਜਿਸ ਤਰ੍ਹਾਂ ਦੀ ਸਿਚੁਏਸ਼ਨ ਅੱਜ ਬਣੀ ਆ, ਹੁਣ ਸਾਡੇ ਬੱਚੇ ਤੱਕ ਵੀ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਆ ਕਿ ਸਾਡੀ ਜਿਹੜੀ ਚੋਣ ਸੀ ਉਹ ਗਲਤ ਸੀ। ਹੁਣ ਗੱਲ ਰਹੀ ਹੈ ਪੱਤਰਕਾਰਾਂ ਨੂੰ ਜਿਹੜੀ ਉਹਦੇ ਵੱਲੋਂ ਡਾਇਰੈਕਟ ਤੌਰ ਤੇ ਗਾਲ ਕੱਢੀ ਗਈ ਹੈ। ਮੈਂ ਦੱਸਾਂ ਕਿ ਉਹਦੇ ਤੁਸੀਂ ਗਾਣੇ ਸੁਣ ਕੇ ਦੇਖ ਲਓ। ਮੈਂ ਕੋਈ ਕਦੇ ਸ਼ੌਕ ਨਾਲ ਜਾਂ ਮਿੱਥ ਕੇ ਕਦੇ ਗਾਣਾ ਨਹੀਂ ਸੁਣਿਆ। ਜਦੋਂ ਕਦੇ ਤੁਹਾਡੇ ਕੰਨ ਦੇ ਵਿੱਚ ਵੀ ਪੈ ਜਾਂਦਾ ਜਾਂ ਕਿਤੇ ਪਾਰਟੀ ਵਗੈਰਾ ਤੇ ਤੁਸੀਂ ਸੁਣ ਬੈਠਦੇ ਹੋ, ਉਹਦੇ ਲਈ ਬੜਾ ਸਹਿਜ ਹੈ। ਇਹ ਗਾਲ ਕੱਢ ਦੇਣੀ ਬਹੁਤ ਸਹਿਜ ਹੈ, ਚਾਹੇ ਸਟੇਜ ਤੇ ਹੈ, ਪਰ ਉਹਦੀ ਇਹ ਸਹਿਜਤਾ ਹੈ ਜਾਂ ਉਹਨੂੰ ਉਹ ਬੇਬਾਕੀ ਦਾ ਨਾਮ ਦਿੰਦਾ, ਨਿਡਰਤਾ ਦਾ ਨਾਮ ਦਿੰਦਾ? ਨਹੀਂ, ਬਿਲਕੁਲ ਨਹੀਂ। ਜਿੱਥੇ ਮੀਡੀਆ ਦੀ ਗੱਲ ਆਉਂਦੀ ਹੈ, ਮੀਡੀਆ ਆਪਾਂ ਹਮੇਸ਼ਾ ਕਹਿੰਦੇ ਹਾਂ, ਥੋੜ੍ਹੇ ਦਿਨ ਪਹਿਲਾਂ ਅਸੀਂ ਵਰਲਡ ਪ੍ਰੈਸ ਫਰੀडम ਡੇ ਮਨਾ ਕੇ ਹਟੇ ਹਾਂ। ਗੱਲ ਕਰਨੀ ਆ ਸੱਚ ਦੀ, ਸਾਫ਼ ਗੱਲ ਕਰਨੀ ਆ, ਸੱਚ ਦੇ ਨਾਲ ਖੜੇ ਹੋਣਾ, ਇਹ ਮੀਡੀਆ ਦਾ ਉਦੇਸ਼ ਹੈ। ਤੇ ਜੇ ਮੀਡੀਆ ਉਹਦੀ ਗਲਤ ਨੂੰ ਗਲਤ ਕਹਿ ਰਿਹਾ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਉੱਠ ਕੇ ਮੀਡੀਆ ਨੂੰ ਗਾਲ ਕੱਢਣੀ ਸ਼ੁਰੂ ਕਰ ਦੇਵੇ। ਅਸੀਂ ਪ੍ਰੈਸ ਕਲੱਬ ਦੇ ਵਿੱਚ ਵੀ ਹੁਣ ਅੱਜ ਕੱਲ੍ਹ ਮੀਟਿੰਗਸ ਨਹੀਂ ਹੋ ਰਹੀਆਂ ਸਾਡੀਆਂ, ਇਕੱਠੇ ਹੋ ਕੇ ਇਸ ਗੱਲ 'ਤੇ ਵੀ ਵਿਚਾਰ ਕਰਾਂਗੇ ਕਿ ਇਹ ਇਸ ਚੀਜ਼ ਦੇ ਲਈ ਅਗਾਂਹ ਕੀ ਕੀਤਾ ਜਾ ਸਕਦਾ ਹੈ। ਇਹ ਤਾਂ ਫਿਰ ਮੂੰਹ ਪੈ ਜਾਊਗਾ ਨਾ,
ਮੂੰਹ ਖੋਲਣ ਦੀ ਗੱਲ ਹੈ। ਪਹਿਲਾਂ ਦਿਨਾਂ ਦੇ ਵਿੱਚ ਅਸੀਂ ਖਬਰ ਵੀ ਸੁਣੀ ਸੀਗੀ ਜਦੋਂ ਸ਼ੋਅ ਹੁੰਦੇ ਸੀਗੇ, ਵਾਇਲੈਂਸ ਦੀਆਂ ਅਸੀਂ ਘਟਨਾਵਾਂ ਬਹੁਤ ਸੁਣੀਆਂ ਨੇ ਤੇ ਸਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਬੈਨ ਕੀਤਾ ਗਿਆ ਹੈਗਾ ਹੈ ਇਸ ਸਿੰਗਰ ਨੂੰ ਗਾਉਣ ਦੇ ਉੱਤੋਂ, ਆਰਸੀਐਮਪੀ ਦੇ ਵੱਲੋਂ ਬੈਨ ਕੀਤਾ ਗਿਆ। ਸੋ ਇਸ ਖਬਰ ਨੂੰ ਕਿਸ ਤਰ੍ਹਾਂ ਲੈਂਦੇ ਹੋ ਤੁਸੀਂ? ਮੈਂ ਸਮਝਦੀ ਹਾਂ ਕਿ ਇਹ ਪਾਬੰਦੀ ਜ਼ਰੂਰੀ ਸੀ। ਜੋ ਹੋਇਆ ਚੰਗਾ ਹੋਇਆ, ਦੇਰ ਆਏ ਦਰੁਸਤ ਆਏ, ਇਹ ਹੋਇਆ। ਤੇ ਹੁਣ ਕਈ ਤਰ੍ਹਾਂ ਦੀਆਂ ਹੋਰ ਕੰਟਰੋਵਰਸੀਜ਼ ਦੇ ਵਿੱਚ ਵੀ ਹੈ ਉਹ ਗਾਇਕ, ਜਿੱਥੇ ਆਪਾਂ ਉਹਦੇ ਵੱਲੋਂ ਗਾਲ ਕੱਢੇ ਜਾਣ ਦੀ ਗੱਲ ਕਰ ਰਹੇ ਸੀ, ਜਿਹੜਾ 2-3 ਦਿਨ ਪਹਿਲਾਂ ਉਹ ਲਾਈਵ ਹੋ ਕੇ ਚਰਚਾ ਦੇ ਵਿੱਚ ਆਇਆ। ਜੇ ਤੁਸੀਂ ਉਹਦੀ ਉਹ ਵੀਡੀਓ ਦੇਖੀ ਹੋਵੇ, ਉਹਦੇ ਵਿੱਚ ਉਹ ਲਗਭਗ ਹਰ ਸੈਂਟੈਂਸ ਖਤਮ ਹੋਣ ਤੇ ਸ਼ੁਰੂ ਹੋਣ ਤੇ ਈਵਨ ਇਨ ਬਿਟਵੀਨ ਵੀ ਗਾਲ ਉਹਦੀ ਜ਼ੁਬਾਨ ਦੇ ਉੱਤੇ ਹੈ। ਉਹ ਕੋਈ ਹੋਰ ਹੋਣਗੇ ਜਿਹੜੀਆਂ ਉਹਦੀਆਂ ਗਾਲਾਂ ਜਾਂ ਧੌਂਸਾਂ ਝੱਲ ਲੈਂਦੇ ਹੋਣਗੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਹੁਣ ਇੱਕ ਹੋਰ ਵੀਡੀਓ ਆਈ ਹੈ ਕਿ ਜਿੱਥੇ ਉਹ AK-47 ਲੈ ਕੇ ਫਾਇਰ ਕਰ ਰਿਹਾ, ਉਹਦੇ ਨਾਲ ਜਿਹੜੇ ਸਪੋਰਟ ਕਰ ਰਹੇ ਨੇ, ਬੇਸ਼ੱਕ ਪਰਚਾ ਹੋ ਗਿਆ, ਸਭ ਕੁਝ ਹੋ ਗਿਆ, ਪਰ ਇਹ ਕੀ ਕਾਰਨ ਹੈ ਕਿ ਸਰਕਾਰਾਂ ਦਰਬਾਰਾਂ ਵਾਲੇ ਵੀ ਇਹੋ ਜਿਹੇ ਗਾਇਕਾਂ ਦਾ ਪਾਣੀ ਭਰਦੇ ਆ। ਇੱਕ ਹੋਰ ਗਾਇਕ ਚਰਚਾ ਦੇ ਵਿੱਚ ਆਇਆ ਸੀ ਜਿਹੜਾ ਇੱਥੇ ਐਬਸਫੋਰਡ ਦੇ ਵਿੱਚ ਗਾਲ ਕੱਢ ਕੇ ਗਿਆ ਸੀ। ਮੈਂ ਫਿਰ ਉਹੀ ਗੱਲ ਕਹਿ ਰਹੀ ਹਾਂ ਕਿ ਪ੍ਰਸਿੱਧ ਹੋਣ ਦੇ ਵਿੱਚ ਤੇ ਮਹਾਨ ਹੋਣ ਦੇ ਵਿੱਚ ਫਰਕ ਹੁੰਦਾ। ਜਦੋਂ ਜਿਹੜਾ ਗਰੂਰ ਹੈ ਇਹਨਾਂ ਦੇ ਦਿਮਾਗ ਨੂੰ ਚੜ ਜਾਂਦਾ, ਉਹ ਕੋਈ ਵੀ ਬੰਦਾ ਹੋਵੇ, ਉਹ ਕੰਮ ਖਰਾਬ ਕਰਦਾ। ਮੈਨੂੰ ਲੱਗਦਾ ਕਿ ਇਹਦਾ ਨਿਗਾਰ ਵੀ ਹੁਣ ਇਸ ਗਾਇਕ ਦਾ ਵੀ ਸ਼ੁਰੂ ਹੋ ਚੁੱਕਾ ਹੈ। ਇਸ ਗਾਇਕ ਦਾ ਅਸੀਂ ਜਦੋਂ ਜ਼ਿਕਰ ਕਰਦੇ ਹੈਗੇ ਆ ਤਾਂ ਇਸ ਗਾਇਕ ਦੇ ਗਾਣੇ ਜਿਹੜੇ ਹੈਗੇ ਆ, ਜਿਵੇਂ ਯੂਥ ਨੂੰ ਅਸੀਂ ਗੱਲ ਕੀਤੀ ਸੀਗੀ ਕਿ ਯੂਥ ਬਹੁਤ ਕਿਉਰਿਓਸਿਟੀ ਦੇ ਨਾਲ ਸੁਣਦੀ ਹੈ ਤੇ ਕਹਿੰਦੇ ਆ ਦੇਰ ਆਏ ਦਰੁਸਤ ਆਏ। ਤੇ ਹੁਣ ਜਿਵੇਂ ਤੁਸੀਂ ਉਹ ਐਗਜ਼ਾਮਪਲ ਦਿੱਤੀ ਹੈ ਤੇ ਕਿਤੇ ਨਾ ਕਿਤੇ ਸਾਨੂੰ ਵੀ ਲੱਗ ਰਿਹਾ ਸੀ ਕਿਉਂ ਸੁਣੇ ਇਸ ਦੇ ਗਾਣੇ, ਅਸੀਂ ਕਿਉਂ ਆਪਣੇ ਘਰਾਂ ਦੇ ਵਿੱਚ ਚਲਾਏ ਇਹ ਗਾਣੇ ਜਿਹੜੇ ਹੈਗੇ ਨੇ ਉਹ ਹਮੇਸ਼ਾ ਇੱਕ ਤਲਵਾਰ ਦਾ ਕੰਮ ਕਰਦੇ ਨੇ। ਇੱਕ ਜਿਵੇਂ ਤੁਸੀਂ ਵੀ ਇੱਕ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ, ਸ਼ਿਵ ਕੁਮਾਰ ਬਟਾਲਵੀ ਜੀ ਦੀ ਇੱਕ ਕਵਿਤਾ ਫਰਕ ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਗੀਤ ਤੇ ਤਲਵਾਰ ਆ ਉਹ ਇੱਕੋ ਜਿਹੇ ਹੁੰਦੇ ਨੇ। ਸੋ ਤੁਸੀਂ ਸੋਚਦੇ ਆ ਕਿ ਜਿਹੜੇ ਗੀਤ ਨੇ ਉਹ ਸਮਾਜ ਦੇ ਉੱਤੇ ਪ੍ਰਭਾਵ ਪਾਉਂਦੇ ਨੇ? ਮੈਂ ਪੂਰਾ ਇਸ ਗੱਲ ਦੇ ਨਾਲ ਮੈਂ ਹਾਮੀ ਭਰਦੀ ਇਸ ਚੀਜ਼ ਦੀ ਕਿ ਗੀਤ ਬਹੁਤ ਪ੍ਰਭਾਵ ਪਾਉਂਦੇ ਆ। ਗੀਤ ਇਕੱਲਾ ਪ੍ਰਭਾਵ ਹੀ ਨਹੀਂ ਪਾਉਂਦੇ, ਗੀਤ ਇੱਕ ਸ਼ੀਸ਼ਾ ਵੀ ਪੇਸ਼ ਕਰਦੇ ਆ ਕਿ ਅਸੀਂ ਕਿਹੋ ਜਿਹੇ ਹਾਂ। ਸੋ ਮੈਂ ਇਸ ਗੱਲ ਨੂੰ 100% ਮੰਨਦੀ ਹਾਂ, ਖਾਸ ਕਰਕੇ ਯੂਥ, ਕਿਉਂਕਿ ਇਹੋ ਜਿਹੇ ਜਿਹੜੇ ਗਾਇਕ ਆ ਉਹ ਟਾਰਗੇਟ ਯੂਥ ਨੂੰ ਕਰ ਰਹੇ ਆ। ਮੈਂ ਕੱਲ ਦੀ ਗੱਲ ਆ, ਇੱਕ ਹੋਰ ਗਾਇਕ ਚਰਚਾ 'ਚ ਆਇਆ, ਰਣਜੀਤ ਬਾਵਾ, ਕੱਲ ਪਰਸੋਂ ਦੀ ਇਹ ਗੱਲ ਹੈਗੀ ਆ। ਉਹ ਜਿਹੜਾ ਗੀਤ ਹੈ ਉਹ ਕਿਹੋ ਜਿਹਾ ਗੀਤ ਹੈ? ਜਿਹੜੇ ਇਸ ਸਿੱਧੂ ਮੂਸੇਵਾਲਾ ਗਾਇਕ ਨੂੰ ਸੁਣਦੇ ਆ ਜਾਂ ਉਹਦੇ ਸ਼ੌਕੀਨ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਕੀ ਗਾ ਗਿਆ, ਰਣਜੀਤ ਬਾਵਾ ਕੀ ਗਾ ਗਿਆ, ਉਹ ਅੱਛਾ ਉਹਨੇ ਕੀ, ਉਹ ਸਮਝ ਨਹੀਂ ਲੱਗੀ। ਉਸ ਲੈਵਲ ਦੇ ਗੀਤ ਉਹਨਾਂ ਦੀ ਸਮਝ ਦੇ ਵਿੱਚ ਹੀ ਨਹੀਂ ਪੈ ਰਹੇ, ਕਿਉਂਕਿ ਦਿਮਾਗ ਸਾਡੇ ਬੱਚਿਆਂ ਦੇ ਕਰਪਟ ਹੋ ਗਏ ਇਹੋ ਜਿਹੇ ਗੀਤਾਂ ਦੇ ਨਾਲ। ਜੇ ਥੋੜੀ ਜਿਹੀ ਕੋਈ ਡੀਪ ਗੱਲ ਹੋ ਜਾਂਦੀ ਹੈ ਨਾ, ਸਾਡੇ ਬੱਚਿਆਂ ਦੀ ਸਮਝ ਵਿੱਚ ਨਹੀਂ ਪੈਂਦੀ। ਇਹੀ ਇੱਕ ਪ੍ਰਭਾਵ ਹੈ ਗੀਤਾਂ ਦਾ। ਗਾਉਣ ਵਾਲੇ ਲਿਖਣ ਵਾਲਿਆਂ ਨੂੰ ਜਦੋਂ ਅਕਸਰ ਪੁੱਛਿਆ ਜਾਂਦਾ ਤਾਂ ਕਹਿੰਦੇ ਨੇ ਡਿਮਾਂਡ ਹੈ, ਇਹੀ ਡਿਮਾਂਡ ਹੈ, ਜੋ ਵਿਕ ਰਿਹਾ ਅਸੀਂ ਉਹੀ ਗਾ ਰਹੇ ਹਾਂ, ਜੋ ਲੋਕ ਸੁਣ ਰਹੇ ਨੇ ਅਸੀਂ ਉਹੀ ਲਿਖ ਰਹੇ ਹਾਂ। ਲਿਖਾਰੀਆਂ ਦਾ ਵੀ ਕਿਤੇ ਨਾ ਕਿਤੇ ਇੱਥੇ ਹੱਥ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਲਿਖ ਰਹੇ ਨੇ, ਜੇ ਲਿਖਣਗੇ ਨਾ ਤਾਂ ਗਾਉਣਗੇ ਕਿਵੇਂ? ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਦਾਂ ਹੀ ਗੱਲਬਾਤ ਤੁਹਾਡੇ ਨਾਲ ਕਰਦੇ ਰਹਾਂਗੇ, ਬ੍ਰੇਕ ਲੈ ਲੈਂਦੇ। ਸੋ ਨਵਜੋਤ ਜੀ ਦੇ ਨਾਲ ਗੱਲਬਾਤ ਹੋ ਰਹੀ ਹੈ, ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਪੱਤਰਕਾਰਾਂ ਨੂੰ ਗਾਲ ਕੱਢੀ ਹੈ, ਸ਼ਰੇਆਮ ਗਾਲ ਕੱਢੀ ਹੈ, ਉਹਦੇ ਬਾਰੇ ਕੀ ਵਿਚਾਰ ਨੇ, ਇੱਕ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇਹਨਾਂ ਦੇ ਕੀ ਵਿਚਾਰ ਨੇ? ਗੱਲਬਾਤ ਇਦਾਂ ਹੀ ਜਾਰੀ ਰਹੇਗੀ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਗੱਲਬਾਤ ਹੋ ਰਹੀ ਹੈ ਨਵਜੋਤ ਢਿੱਲੋਂ ਜੀ ਦੇ ਨਾਲ, ਜਿਹੜੇ ਕਿ ਸਾਨੂੰ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਕਿਵੇਂ ਆਵਾਜ਼ ਬੁਲੰਦ ਕੀਤੀ ਗਈ ਹੈ ਤੇ ਹੁਣ ਗਾਇਕ ਦੇ ਵੱਲੋਂ ਜੋ ਸ਼ਰੇਆਮ ਅਬਿਊਜ਼ਿੰਗ ਕੀਤੀ ਗਈ ਹੈ ਉਹਦੇ ਬਾਰੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਜਾਂ ਫਿਊਚਰ ਦੇ ਵਿੱਚ ਇਹੋ ਜਿਹਾ ਕੁਝ ਨਾ ਹੋਵੇ ਉਹਦੇ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ। ਗੱਲਬਾਤ ਨੂੰ ਅੱਗੇ ਵਧਾਉਂਦੇ ਆ ਨਵਜੋਤ ਜੀ ਦੇ ਨਾਲ। ਸੋ ਨਵਜੋਤ ਜੀ, ਅਸੀਂ ਗੱਲਬਾਤ ਕੀਤੀ ਸੀਗੀ ਕਿ ਜਿਵੇਂ ਰਣਜੀਤ ਬਾਵਾ ਦਾ ਗਾਣਾ ਆਇਆ ਹੈਗਾ ਆ, ਉਹਦੇ ਤੇ ਪਰਚਾ ਹੋ ਗਿਆ ਹੈਗਾ ਆ, ਸੱਚ ਦੀ ਆਵਾਜ਼। ਕਈ ਨਹੀਂ, ਮੈਂ ਕਹੂੰਗੀ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਨੇ ਕਿ ਬਹੁਤ ਵਧੀਆ ਗਾਇਆ ਹੈ, ਸੱਚ ਬੋਲਿਆ ਹੈ, ਜੋ ਸਾਡੇ ਗੁਰੂਆਂ ਨੇ ਸਿਖਾਇਆ। ਕਹਿੰਦੇ ਕਈਆਂ ਨੇ ਤਾਂ ਗੁਰੂਆਂ ਦੀ ਬਾਣੀ ਦੇ ਨਾਲ ਵੀ ਜੋੜ ਦਿੱਤਾ ਕਿ ਗੁਰੂ ਨੇ ਸਿਖਾਇਆ, ਚਾਹੇ ਉਹ ਹਿੰਦੂ ਧਰਮ ਆ, ਚਾਹੇ ਉਹ ਕ੍ਰਿਸਚਨ ਧਰਮ ਹੈਗਾ ਆ, ਚਾਹੇ ਉਹ ਕੋਈ ਵੀ ਧਰਮ ਹੈਗਾ, ਇਹੀ ਕੁਝ ਸਿਖਾਇਆ ਜਾ ਰਿਹਾ ਹੈਗਾ ਆ। ਸੋ ਉਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਵੀ ਪਰਚਾ ਹੋ ਗਿਆ ਹੈਗਾ ਆ। ਸੋ ਕੀ ਫਰਕ ਹੈ ਇਹਨਾਂ ਦੋਨਾਂ ਗਾਇਕਾਂ ਦੀ ਕੰਟਰੋਵਰਸੀ ਦੇ ਵਿੱਚ, ਜੇ ਅਸੀਂ ਇਹਨਾਂ ਦੋਨਾਂ ਨੂੰ ਇੱਕ ਪੱਲੜੇ ਦੇ ਵਿੱਚ ਤੋਲ ਕੇ ਦੇਖੀਏ ਤਾਂ? ਆਪਾਂ ਥੋੜੀ ਦੇਰ ਪਹਿਲਾਂ ਵੀ ਗੱਲ ਕੀਤੀ ਆ ਕਿ ਦੇਖੋ, ਇਹ ਡੀਪ ਗਾਣੇ ਨੇ। ਜਿਹੜਾ ਹੁਣ ਰਣਜੀਤ ਬਾਵੇ ਨੇ ਗਾਣਾ ਗਾਇਆ,
ਗਾਇਆ ਉਹਨੇ ਬੜੀ ਸਹਿਜਤਾ ਦੇ ਨਾਲ ਉਸ ਗੀਤ ਨੂੰ ਗਾ ਦਿੱਤਾ, ਹਾਲਾਤ ਦੇਖਦੇ ਗਾ ਦਿੱਤਾ। ਦੇਖੋ ਮੀਡੀਆ ਆ, ਈਵਨ ਜਦੋਂ ਅਸੀਂ ਥੀਏਟਰ ਦੀ ਗੱਲ ਕਰਦੇ ਹਾਂ, ਰੰਗਮੰਚ ਹਮੇਸ਼ਾ ਇਸ ਚੀਜ਼ ਦੇ ਲਈ ਮਸ਼ਹੂਰ ਰਿਹਾ ਹੈ। ਉਹਦਾ ਉਦੇਸ਼ ਵੀ ਇਹੀ ਰਿਹਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆਉਣੀ ਚਾਹੀਦੀ ਹੈ, ਜਾਗਰਤੀ ਆਉਣੀ ਚਾਹੀਦੀ ਹੈ। ਸੱਚ ਨੂੰ ਸੱਚ ਕਹਿਣ, ਸੱਚ ਦਿਖਾਉਣ ਦਾ ਇੱਕ ਅੰਦਾਜ਼ ਹੁੰਦਾ ਹੈ। ਸੋ ਜਿਹੜੀ ਕਲਾ ਆ ਉਹ ਇਹ ਬਹੁਤ ਕੰਮ ਕਰਦੀ ਹੈ। ਚਾਹੇ ਆਪਾਂ ਗੀਤ ਲਿਖਣ ਦੀ ਗੱਲ ਕਰ ਲਈਏ ਜਾਂ ਆਪਾਂ ਗੱਲ ਕਰ ਲਈਏ ਗੀਤ ਗਾਉਣ ਦੀ, ਇਸੇ ਤਰ੍ਹਾਂ ਸਟੇਜ 'ਤੇ ਗਾਉਣ ਦੀ ਵੀ ਗੱਲ ਕਰ ਲਈਏ। ਮੈਂ ਇਹ ਕਹਿੰਦੀ ਹਾਂ ਕਿ ਜੇ ਤੁਸੀਂ ਇਸ ਗੀਤ ਤਾਂ ਮੇਰੇ ਕੋਲ ਪੁੱਛਦੇ ਹੋ, ਮੈਂ ਇਹੀ ਜ਼ਿਕਰ ਕੀਤਾ ਕਿ ਉਹ ਆਮ ਬੰਦਾ ਜਿਹੜਾ ਆ ਉਹਨੂੰ ਕਿਸ ਤਰ੍ਹਾਂ ਲੈ ਰਿਹਾ। ਕੱਲ੍ਹ ਮੈਂ ਕਿਤੇ ਪੜ੍ਹ ਰਹੀ ਸੀ, ਧਰਮ ਦੀ ਗੱਲ ਹੋ ਰਹੀ ਸੀ ਕਿ ਧਰਮ ਆਮ ਲੋਕਾਂ ਦੇ ਲਈ ਧਰਮ ਹੈਗਾ ਆ, ਅਤੇ ਜਿਹੜੇ ਲੋਕ ਬਹੁਤ ਸਾਇੰਟੀਫਿਕ ਸੋਚ ਰੱਖਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਭਰਮ ਹੈਗਾ ਆ ਇਹ। ਸੋ ਇਹ ਨਜ਼ਰੀਆ ਆਪੋ ਆਪਣਾ। ਪਰ ਦੂਜੀ ਚੀਜ਼ ਮੈਂ ਇਹ ਦੇਖਦੀ ਹਾਂ, ਮੈਂ ਆਪਣੇ ਵੱਲੋਂ ਇਹ ਗੱਲ ਸਟਰੋਂਗਲੀ ਮਹਿਸੂਸ ਕਰਦੀ ਹਾਂ ਕਿ ਅਸੀਂ ਇਨਸਾਨੀਅਤ ਨੂੰ ਜੇ ਧਰਮ ਦੇ ਤੌਰ ਦੇ ਉੱਤੇ ਲੈ ਲਈਏ, ਯਕੀਨਨ ਤੌਰ ਦੇ ਉੱਤੇ ਜੇ ਇਹੋ ਜਿਹੀ ਗੱਲਬਾਤ ਉੱਠੇਗੀ ਜਿਹੜੀ ਹੁਣ ਬਾਵੇ ਦੇ ਗੀਤ ਤੋਂ ਬਾਅਦ ਉੱਠੀ ਹੈ, ਉੱਠਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਜ਼ੁਬਾਨੀ ਕਲਾਮੀ ਤਾਂ ਇਹ ਗੱਲਾਂ ਕਰਦੇ ਹਾਂ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਆ, ਪਰ ਜਦੋਂ ਕਿਤੇ ਜ਼ਿਕਰ ਛਿੜ ਜਾਂਦਾ ਧਰਮਾਂ ਦਾ, ਫਿਰ ਅਸੀਂ ਕਹਿੰਦੇ ਸਾਡਾ ਧਰਮ ਸਭ ਤੋਂ ਵੱਡਾ ਧਰਮ ਆ। ਦੈਟ ਮੀਨਸ ਸਾਡਾ ਧਰਮ, ਇਨਸਾਨੀਅਤ ਸਾਡਾ ਧਰਮ ਅਸੀਂ ਮੰਨਿਆ ਹੀ ਨਹੀਂ ਹੈ, ਅਸੀਂ ਸਿਰਫ ਕਰਨ ਦੀਆਂ ਗੱਲਾਂ ਕਰਦੇ ਹਾਂ। ਬਾਕੀ ਸਿੱਧੂ ਮੂਸੇਵਾਲੇ ਦੀ ਤਾਂ ਆਪਾਂ ਮੁੜ ਮੁੜ ਕੇ ਫਿਰ ਉਹੀ ਕੀ ਗੱਲ ਕਰਨੀ ਹੈ। ਉਹ ਜਿਸ ਢੰਗ ਦੇ ਨਾਲ ਉਹ ਗਾਲਾਂ ਦਾ ਜ਼ਿਕਰ ਆ ਜਾਂ ਮਾੜੀ ਭੱਦੀ ਸ਼ਬਦਾਵਲੀ ਦਾ ਜ਼ਿਕਰ ਹੈ, ਮੈਨੂੰ ਨਹੀਂ ਲੱਗਦਾ ਕਿ ਮੈਂ ਉਹਦੇ ਗੀਤਾਂ ਨੂੰ ਗੀਤ ਵੀ ਕਹਿ ਸਕਦੀ ਹਾਂ। ਤੁਸੀਂ ਗਾਲਾਂ ਸੁਰ 'ਚ ਕੱਢਣ ਲੱਗ ਪਓ, ਹੈ ਨਾ। ਬਿਲਕੁਲ ਇਹ ਚੀਜ਼ ਕਰਨੀ ਸ਼ੁਰੂ ਕਰ। ਮੈਂ ਬਹੁਤ ਦੇਰ ਪਹਿਲਾਂ ਗਾਲਾਂ ਤੇ ਲਿਖਿਆ ਸੀ, ਇੱਕ ਲੰਬਾ ਆਰਟੀਕਲ ਲਿਖਿਆ ਸੀ। ਹਾਂਜੀ, ਉਹਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਇਹ ਜਿਹੜਾ ਲਫ਼ਜ਼ ਉਹ ਇਸਤੇਮਾਲ ਕਰ ਰਿਹਾ ਸਰੀ ਦੇ ਪੱਤਰਕਾਰਾਂ ਦੇ ਲਈ ਵੀ, ਅਸੀਂ ਉਹਨੂੰ ਇੰਨਾ ਸਹਿਜ ਲੈਣਾ ਸ਼ੁਰੂ ਕਰ ਦਿੱਤਾ, ਸਾਨੂੰ ਗਾਲ ਹੀ ਨਹੀਂ ਲੱਗਦੀ। ਹੁਣ ਅਰਸ਼, ਮੈਂ ਤੁਹਾਨੂੰ ਇਹ ਚੀਜ਼ ਪੁੱਛ ਲੈਂਦੀ ਹਾਂ ਜੀ, ਸਰੀ ਦੇ ਪੱਤਰਕਾਰ ਕਹਿ ਕੇ ਉਹਨੇ ਸਾਲਾ ਲਫ਼ਜ਼ ਦਾ ਇਸਤੇਮਾਲ ਕੀਤਾ। ਸਾਲਾ ਇੱਕ ਰਿਸ਼ਤਾ ਹੈ, ਬੜਾ ਰਿਸਪੈਕਟੇਬਲ ਰਿਸ਼ਤਾ ਹੈ, ਠੀਕ ਹੈ। ਹੁਣ ਜੇ ਅੱਜ ਅਸੀਂ ਇਹ ਪੱਲਾ ਝਾੜ ਦਈਏ ਵੀ ਪਤਾ ਨਹੀਂ ਉਹਨੇ ਕਿਹੜੇ ਪੱਤਰਕਾਰ ਨੂੰ ਕਿਹਾ, ਜੇ ਕਿਹੜੇ ਪੱਤਰਕਾਰ ਨੂੰ ਕਿਹਾ, ਮੈਂ ਕਹੂੰਗੀ ਮੈਨੂੰ ਤਾਂ ਨਹੀਂ ਕਿਹਾ, ਤੁਸੀਂ ਕਹੋਗੇ ਮੈਨੂੰ ਤਾਂ ਨਹੀਂ ਕਿਹਾ, ਠੀਕ ਹੈ, ਗੱਲ ਖਤਮ ਹੋ ਗਈ ਇੱਥੇ। ਜਿਹਨੂੰ ਵੀ ਕਿਹਾ, ਜਿਹਦੇ ਵੱਲ ਵੀ ਉਹਨੇ ਇਸ਼ਾਰਾ ਕੀਤਾ, ਪੋਸੀਬਲੀ ਉਹਨਾਂ ਨੂੰ ਵੀ ਪਤਾ ਹੋਏਗਾ। ਜੇ ਉਹ ਵੀ ਆਵਾਜ਼ ਬੁਲੰਦ ਨਹੀਂ ਕਰਦੇ ਤਾਂ ਫਿਰ ਅਸੀਂ ਹੱਲਾਸ਼ੇਰੀ ਹੀ ਇਹਨਾਂ ਚੀਜ਼ਾਂ ਨੂੰ ਦੇ ਰਹੇ ਹਾਂ। ਮੇਰਾ ਸਵਾਲ ਵੀ ਇਹੀ ਬਣਦਾ ਹੈਗਾ ਹੈ ਕਿ ਉਹਦੇ ਤੋਂ ਸਪਸ਼ਟੀਕਰਨ ਮੰਗਿਆ ਜਾਣਾ ਚਾਹੀਦਾ ਹੈ ਇਸ ਬਾਰੇ ਕਿ ਕਿਉਂ ਕਿਹਾ, ਤੇ ਇਸ ਬਾਰੇ ਸਰਕਾਰ ਨੂੰ ਵੀ ਤੇ ਪੱਤਰਕਾਰਾਂ ਨੂੰ ਵੀ ਉਹਨੂੰ ਜਾ ਕੇ ਪੁੱਛਣਾ ਚਾਹੀਦਾ, ਜਾਂ ਇਹੋ ਜਿਹੀਆਂ ਚੀਜ਼ਾਂ ਬੈਨ ਵੀ ਹੋ ਜਾਣੀਆਂ ਚਾਹੀਦੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਸਪਸ਼ਟੀਕਰਨ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ? ਸਪਸ਼ਟੀਕਰਨ ਦੇਖੋ ਜ਼ਰੂਰ ਲਿਆ ਜਾ ਸਕਦਾ ਹੈ, ਪਰ ਮੈਂ ਇਹ ਕਹਿੰਦੀ ਹਾਂ ਕਿ ਗੱਲ ਇਸ ਹੱਦ ਤੱਕ ਜਾਵੇ ਕਿਉਂ? ਕਿਉਂਕਿ ਉਹ ਆਵਾਜ਼ਾਂ ਤਾਂ ਬੁਲੰਦ ਹੁੰਦੀਆਂ ਆ, ਉਹ ਜਿਹੜੀਆਂ ਨੈਗੇਟਿਵ ਆਵਾਜ਼ਾਂ ਵੀ ਆ। ਇੰਡੀਆ ਦੇ ਵਿੱਚ ਅੱਜ ਕੱਲ੍ਹ ਮਾਹੌਲ ਕਾਫੀ ਇਹੋ ਜਿਹਾ ਬਣਿਆ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ, ਕੋਈ ਉਹਨਾਂ ਦੇ ਸਿਰ 'ਤੇ ਕੁੰਡਾ ਨਹੀਂ ਹੈਗਾ, ਕਿ ਕੋਈ ਉਹਨਾਂ ਨੂੰ ਕੋਈ ਬੰਨਣ ਵਾਲਾ ਨਹੀਂ ਹੈ। ਜੋ ਸਿੱਧੂ ਮੂਸੇਵਾਲਾ ਜੇ ਕੰਟਰੋਵਰਸੀ ਦੇ ਵਿੱਚ ਆਇਆ AK-47 ਰਾਈਫਲ ਕਰਕੇ, ਉਹ ਇਸ ਕਰਕੇ ਉਹਦੇ ਅਗੇਂਸਟ ਕੇਸ ਨਹੀਂ ਹੋਇਆ, ਇਸ ਕਰਕੇ ਕੋਈ FIR ਨਹੀਂ ਹੋਈ ਕਿ ਉਹਦੇ ਕੋਲ ਹਥਿਆਰ ਸੀ। ਉਹਦੇ ਲਈ ਕਿ ਕਰਫਿਊ ਦੀ ਉਲੰਘਣਾ ਕਰਕੇ ਉਹਦੇ 'ਤੇ ਕੇਸ ਕੀਤਾ ਜਾ ਰਿਹਾ। ਉਹਨੂੰ ਪਤਾ ਹੈ ਕਿ ਉਹ ਸੇਫ ਹੈ, ਉਹ ਦਹਾੜ ਸਕਦਾ ਕਿਉਂਕਿ ਉਹਨੂੰ ਸਪੋਰਟ ਹੈ। ਉਸ ਤੋਂ ਪਹਿਲਾਂ ਵੀ ਇੱਕ ਦੋ ਦੇ ਇਹੋ ਜਿਹੇ ਗੀਤ ਆਏ ਆ। ਚੈੱਕ ਕਿਵੇਂ ਕੀਤਾ ਜਾ ਸਕਦਾ, ਮੈਂ ਇਹ ਮਹਿਸੂਸ ਕਰਦੀ ਹਾਂ ਮੁੜ ਕੇ ਗੱਲ ਲੋਕਾਂ 'ਤੇ ਆ ਜਾਂਦੀ ਹੈ ਕਿ ਲੋਕ ਉਸ ਚੀਜ਼ ਨੂੰ ਕਿਸ ਤਰ੍ਹਾਂ ਐਕਸੈਪਟ ਕਰਦੇ ਆ, ਕਿਵੇਂ ਰਿਐਕਟ ਕਰਦੇ ਆ। ਬਹੁਤ ਜ਼ਰੂਰੀ ਹੈ, ਅਵੇਅਰਨੈਸ ਬਹੁਤ ਜ਼ਰੂਰੀ ਹੈ। ਰੋਜ਼ ਅਸੀਂ, ਤੁਸੀਂ ਜਾਂ ਲੋਕ, ਆਪਾਂ ਆਮ ਲੋਕ ਇਹ ਗੱਲਾਂ ਕਹਿੰਦੇ ਰਹੀਏ ਕਿ ਵੀ ਦੇਖੋ ਜੀ ਉਹਨੇ ਕੀ ਕਰ ਦਿੱਤਾ, ਇੱਥੇ ਗੱਲ ਫਿਨਿਸ਼ ਹੋ ਜਾਂਦੀ ਹੈ। ਉਸ ਤੋਂ ਬਾਅਦ ਨਾ ਤਕਲੀਫ ਮੈਨੂੰ ਹੁੰਦੀ ਹੈ, ਨਾ ਤੁਹਾਨੂੰ ਤਕਲੀਫ ਹੁੰਦੀ ਹੈ। ਅੱਜ ਖਬਰਾਂ ਦੇ ਵਿੱਚ ਇਹ ਖਬਰ ਹੈ, ਕੱਲ੍ਹ ਨੂੰ ਫਿਨਿਸ਼ ਹੋ ਜਾਣੀ ਹੈ, ਅਸੀਂ ਅੱਗੇ ਵੱਧ ਜਾਣਾ। ਐਕਸ਼ਨ ਦਾ ਰਿਐਕਸ਼ਨ ਜਿਹੜਾ ਜ਼ਰੂਰ ਹੁੰਦਾ ਹੈਗਾ ਆ। ਸੋ ਕਈ ਲੋਕ ਕਹਿੰਦੇ ਆ ਕਿ ਅਸੀਂ ਚੰਗਾ ਕੰਮ ਕਰਦੇ ਹਾਂ ਤੇ ਸਾਨੂੰ ਨਾਮ ਨਹੀਂ ਮਿਲਦਾ, ਪਰ ਕਈ ਲੋਕ ਕਹਿੰਦੇ ਆ ਕਿ ਇੱਦਾਂ ਦੀਆਂ ਅਸੀਂ ਹਰਕਤਾਂ ਕਰਾਂਗੇ, ਇੱਦਾਂ ਦੀਆਂ ਗਲਤ ਹਰਕਤਾਂ ਕਰਾਂਗੇ ਜਾਂ ਕੁਝ ਗਲਤ ਬੋਲਾਂਗੇ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਹਰ ਚੀਜ਼ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਹੋ ਜਾਂਦੀ ਹੈ। ਨਾਮ ਦੇ ਕਰਕੇ ਲੋਕ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਸੋਸ਼ਲ ਮੀਡੀਆ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਹੱਥ ਹੈ, ਨਾਮ ਦਾ ਵੀ ਵੱਡਾ ਹੱਥ? ਟੂ ਸਮ ਐਕਸਟੈਂਟ ਇਹੀ ਗੱਲ ਮੈਂ ਐਗਰੀ ਵੀ ਕਰਦੀ ਹਾਂ। ਕੋਈ ਸਮਾਂ ਹੁੰਦਾ ਸੀ ਜਿਹੜੇ ਚੰਗੇ ਗਾਇਕ ਹੁੰਦੇ ਸੀ, ਉਹਨਾਂ ਨੂੰ ਇਹ ਹੁੰਦਾ ਸੀ ਕਿ ਸਾਨੂੰ ਇੱਕ ਚੰਗੀ ਸਟੇਜ ਮਿਲ ਜਾਵੇ ਗਾਉਣ ਲਈ,
ਇੱਕ ਉਹਨਾਂ ਦਾ ਟਾਰਗੇਟ ਹੁੰਦਾ ਸੀ ਵੀ ਅਸੀਂ ਉੱਥੇ ਤੱਕ ਪਹੁੰਚੀਏ, ਅਸੀਂ ਉੱਥੇ ਤੱਕ ਤਾਂ ਐਟਲੀਸਟ ਜ਼ਰੂਰ ਪਹੁੰਚੀਏ। ਹੁਣ ਤਾਂ ਰਾਤ ਨੂੰ ਗਾਣਾ ਬਣਾਇਆ, ਸਵੇਰ ਨੂੰ ਪੋਸਟ ਕਰ ਦਿੱਤਾ ਤੇ ਸ਼ਾਮ ਤੱਕ ਜਾਂ ਕੁਝ ਘੰਟਿਆਂ ਦੇ ਵਿੱਚ ਕਿੰਨੇ ਮਿਲੀਅਨ ਵਿਊਜ਼ ਹੋ ਗਏ। ਇਹ ਮੇਰੀ ਸਮਝ ਤੋਂ ਬਾਹਰ ਦੀਆਂ ਗੱਲਾਂ, ਮੈਂ ਤੁਹਾਨੂੰ ਓਨੈਸਟਲੀ ਦੱਸਾਂ ਕਿ ਜਿਹੜੀ ਚੀਜ਼ ਦੇ ਵਿੱਚ ਕੁਝ ਵੀ ਨਹੀਂ ਹੈ, ਕਿੰਨੇ ਕਿੰਨੇ ਮਿਲੀਅਨ ਉਹਨਾਂ ਦੇ ਵਿਊਜ਼ ਹੋ ਜਾਂਦੇ ਆ ਤੇ ਬਹੁਤ ਵਧੀਆ ਜਾਣਕਾਰੀ ਹੁੰਦੀ ਹੈ, ਬੜੀ ਅੱਛੇ ਲਫ਼ਜ਼ਾਂ ਦੇ ਵਿੱਚ ਕੀਤੀ ਗੱਲ ਹੁੰਦੀ ਹੈ, ਜਿਹੜੀ ਲੋਕਾਂ ਦੇ ਕੰਮ ਵੀ ਆ ਸਕਣ ਵਾਲੀ ਹੁੰਦੀ ਹੈ, ਉਹ ਵਾਇਰਲ ਕਿਉਂ ਨਹੀਂ ਹੁੰਦੀ? ਇਹ ਸੋਚਣ ਦੀਆਂ ਗੱਲਾਂ ਨੇ। ਸੋਸ਼ਲ ਮੀਡੀਆ ਦਾ ਕਿਸੇ ਹੱਦ ਤੱਕ ਬਦਲਦੇ ਜ਼ਮਾਨੇ ਦੇ ਵਿੱਚ ਇਸ ਚੀਜ਼ ਦਾ ਰੋਲ ਹੈ, ਪਰ ਸੋਸ਼ਲ ਮੀਡੀਆ ਨੇ ਹੋਰ ਵਧਣਾ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਇਸ ਕਰਕੇ ਕੋਈ ਵੀ ਚੀਜ਼ ਆਊਟ ਆਫ ਕੰਟਰੋਲ ਆ। ਅਗਾਂਹ ਜਾ ਕੇ ਕੋਈ ਇਹੋ ਜਿਹੇ ਸਟਰੋਂਗ ਕੋਈ ਲਾਜ਼ ਬਣਨੇ ਚਾਹੀਦੇ ਆ ਜਿਨ੍ਹਾਂ ਦੇ ਹਿਸਾਬ ਦੇ ਨਾਲ ਜਾਂ ਜਿਨ੍ਹਾਂ ਦੇ ਅਧੀਨ ਇਸ ਚੀਜ਼ ਨੂੰ ਕਾਬੂ ਕੀਤਾ ਜਾ ਸਕੇ। ਹੁਣ ਦੋ ਗੱਲਾਂ ਆਪਾਂ ਵਿਰੋਧੀ ਕਰ ਰਹੇ ਹਾਂ। ਇੱਕ ਆਪਾਂ ਗੱਲ ਕਰ ਰਹੇ ਹਾਂ ਕਿ ਆਵਾਜ਼ ਬੁਲੰਦ ਹੋਣ ਦਾ ਹੱਕ ਹੋਣਾ ਚਾਹੀਦਾ ਹੈ, ਦੂਸਰੀ ਚੀਜ਼ ਹੈ ਕਿ ਕੰਟਰੋਲ ਹੋਣਾ ਚਾਹੀਦਾ ਹੈ। ਇਹਦਾ ਫਰਕ ਇਹ ਹੈ ਕਿ ਆਵਾਜ਼ ਕੀ ਕਹਿ ਰਹੀ ਹੈ, ਕਿਸ ਅੰਦਾਜ਼ 'ਚ ਕਹਿ ਰਹੀ ਹੈ, ਕੀ ਕੰਟੈਂਟ ਹੈ, ਕਿਵੇਂ ਕਿਹਾ ਜਾ ਰਿਹਾ ਹੈ। ਇਹ ਦੋਨਾਂ ਚੀਜ਼ਾਂ ਤੇ ਕਿਸੇ ਹੱਦ ਤੱਕ ਇਹ ਫਰੇਮਵਰਕ ਹੋਣਾ ਚਾਹੀਦਾ। ਕੋਈ ਰੂਲਸ ਐਂਡ ਰੈਗੂਲੇਸ਼ਨਸ ਦੀ ਅਸੀਂ ਗੱਲ ਕਰ ਰਹੇ ਹੈਗੇ ਆ, ਰੂਲਸ ਤੇ ਰੈਗੂਲੇਸ਼ਨ ਹੋਣੇ ਚਾਹੀਦੇ ਆ। ਅਸੀਂ ਜਿਹੜੀ ਕੰਟਰੀ ਦੇ ਵਿੱਚ ਰਹਿੰਦੇ ਆ ਉੱਥੇ ਵੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ। ਰੂਲਸ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਆ ਤੇ ਉਹ ਕੰਮ ਕਿਤੇ ਗਲਤ ਨਹੀਂ ਹੁੰਦਾ, ਉਹ ਸਹੀ ਹੋਈ ਹੁੰਦਾ ਹਮੇਸ਼ਾ ਜਦੋਂ ਰੈਗੂਲੇਸ਼ਨਸ ਇੱਕ ਜਗ੍ਹਾ ਤੇ ਲਗਾ ਦਿੱਤੀਆਂ ਜਾਂਦੀਆਂ ਨੇ। ਹੁਣ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਇਹ ਹੈ ਕਿ ਇੱਥੇ ਵੀ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਪੈਂਦਾ ਹੈ, ਪਰ ਫਿਰ ਵੀ ਅਸੀਂ ਇੱਕ ਸੱਚਾਈ ਦਾ ਆਇਨਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਤੁਹਾਨੂੰ ਕੀ ਲੱਗਦਾ ਜਦੋਂ ਇਦਾਂ ਦਾ ਕੁਝ ਆਉਂਦਾ ਹੈ ਤੇ ਇਹਦੇ ਨਾਲ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਜਿਹੜੇ ਕਿਸੇ ਦਾਇਰੇ ਦੇ ਨਾਲ ਕੰਮ ਕਰਦੇ ਨੇ ਜਾਂ ਨਹੀਂ ਵੀ ਕੰਮ ਕਰਦੇ ਜਾਂ ਸੈਲਫ ਦੇ ਵਿੱਚ ਕੰਮ ਕਰਦੇ ਨੇ, ਸੋ ਉਹਨਾਂ ਨੂੰ ਵੀ ਬਹੁਤ ਵਾਰ ਸੋਚਣਾ ਪੈਂਦਾ ਹੈ ਜਿਹੜੀਆਂ ਚੀਜ਼ਾਂ ਦੇ ਖਿਲਾਫ ਆਵਾਜ਼ ਉਠਾਉਣ ਨੂੰ, ਕਿਉਂਕਿ ਇੱਕ ਪਾਸੇ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਇੱਕ ਪਾਸੇ ਤਾਂ ਉਹ ਚੀਜ਼ ਹੈ ਜਿਹਦੇ ਨਾਲ ਸਪੋਰਟ ਹੈਗੀ ਹੈ, ਸਰਕਾਰਾਂ ਦੀ ਸਪੋਰਟ ਹੈਗੀ ਹੈ। ਇੱਕ ਉਹ ਚੀਜ਼ ਹੈ ਕਿ ਜਿਹੜੇ ਖੁਦ ਆਪਣੇ ਲਈ ਕੰਮ ਕਰ ਰਹੇ ਨੇ, ਲੋਕਤੰਤਰ ਦੇ ਵਿੱਚ ਕੰਮ ਕਰ ਰਹੇ ਨੇ, ਡੈਮੋਕ੍ਰੇਸੀ ਦੇ ਵਿੱਚ ਕੰਮ ਕਰ ਰਹੇ ਨੇ। ਸੋ ਉਹਨਾਂ ਦੋਨਾਂ ਦੇ ਵਿੱਚ ਕਿਤੇ ਉਹਨਾਂ ਨੂੰ ਵੀ ਇੱਕ ਫੁੱਲ ਸਟਾਪ ਲੱਗ ਜਾਂਦਾ ਹੈ ਕਿ ਅਸੀਂ ਨਾ ਹੀ ਕਰੀਏ ਤਾਂ ਬਿਹਤਰ ਹੈ, ਜੋ ਖਬਰ ਬਣ ਕੇ ਰਹਿ ਜਾਵੇ ਤਾਂ ਚੰਗੀ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਸੂਚਨਾਵਾਂ ਨੇ, ਬਹੁਤ ਸਾਰੀਆਂ ਜਾਣਕਾਰੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੱਬ ਕੇ ਰਹਿ ਵੀ ਜਾਂਦੀਆਂ ਨੇ। ਮੈਂ ਤਾਂ ਇਹ ਕਹੂੰਗੀ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਕੁੱਲ ਮਿਲਾ ਕੇ ਪ੍ਰਭਾਵ ਤਾਂ ਜ਼ਰੂਰ ਹੈਗਾ, ਪਰ ਇਹ ਇੱਕ ਇੰਡੀਵਿਜੂਅਲ ਉਸ ਪੱਤਰਕਾਰ ਦੇ ਉੱਤੇ, ਉਸ ਰਿਪੋਰਟਰ ਦੇ ਉੱਤੇ, ਉਸ ਮੀਡੀਆ ਐਕਸਪਰਟ ਦੇ ਉੱਤੇ ਵੀ ਡਿਪੈਂਡ ਕਰਦਾ ਕਿ ਹਾਂ ਉਹ ਇਹੋ ਜਿਹੇ ਕਿਸੇ ਪ੍ਰਭਾਵ ਹੇਠਾਂ ਆ ਰਿਹਾ ਜਾਂ ਉਹ ਨਹੀਂ ਆ ਰਿਹਾ। ਬਹੁਤੀ ਵਾਰੀ ਇਹ ਅਸੀਂ ਦੇਖੇ ਆ ਪੱਤਰਕਾਰ ਇੰਡੀਆ ਦੇ ਵਿੱਚੋਂ ਵੀ ਬਹੁਤ ਸਾਰੀਆਂ ਸਾਨੂੰ ਇਹੋ ਜਿਹੀਆਂ ਖਬਰਾਂ ਆ ਰਹੀਆਂ ਕਿ ਜਿੱਥੇ ਇਸ ਵੇਲੇ ਗੋਦੀ ਮੀਡੀਆ ਦੀ ਗੱਲ ਹੋ ਰਹੀ ਹੈ, ਲੋਕਾਂ ਦੇ ਉੱਤੇ ਜਦੋਂ ਫਿਰ ਉਹ ਪ੍ਰੈਸ਼ਰ ਸਿਹਾ ਨਹੀਂ ਜਾਂਦਾ, ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਛੱਡ ਦਿੰਦੇ ਨੇ। ਉਹਨਾਂ ਨੇ ਇੰਡੀਪੈਂਡੈਂਟ ਕੰਮ ਸ਼ੁਰੂ ਕੀਤੇ ਨੇ, ਬੜੇ ਬੇਖੌਫ ਹੋ ਕੇ ਵਧੀਆ ਤਰੀਕੇ ਦੇ ਨਾਲ ਕਰ ਰਹੇ ਨੇ। ਜ਼ਿੰਮੇਵਾਰੀ ਕੀ ਹੋਣੀ ਚਾਹੀਦੀ ਹੈ ਕੁੱਲ ਮਿਲਾ ਕੇ ਇੱਕ ਪੱਤਰਕਾਰ ਦੀ? ਮੈਂ ਇਹੀ ਕਹਾਂਗੀ, ਇੱਕ ਤਾਂ ਇਹ ਹੈ ਕਿ ਫੈਕਟਸ ਜਿਹੜੇ ਆ ਉਹ ਜ਼ਰੂਰ ਚੈੱਕ ਕੀਤੇ ਜਾਣੇ ਚਾਹੀਦੇ ਆ। ਫੈਕਚੁਅਲ ਇਨਫੋਰਮੇਸ਼ਨ ਹਮੇਸ਼ਾ, ਬੈਲੈਂਸਡ ਇਨਫੋਰਮੇਸ਼ਨ। ਤੁਹਾਡੀ ਖਬਰ ਸੀ, ਤੁਹਾਡੇ ਕੋਲੋਂ ਮੈਂ ਗੱਲ ਸੁਣੀ ਤੇ ਤੁਹਾਨੂੰ ਮੈਂ ਹੀਰੋਇਨ ਬਣਾ ਕੇ ਕੁਝ ਪੇਸ਼ ਕਰ ਦਿੱਤਾ ਤੇ ਤੁਸੀਂ ਕਿਸੇ ਦੇ ਅਗੇਂਸਟ ਕੋਈ ਗੱਲ ਕੀਤੀ ਹੈ ਤੇ ਉਧਰੋਂ ਮੈਂ ਪੱਖ ਨਹੀਂ ਲਿਆ, ਇਹ ਵੀ ਕੋਈ ਗੱਲ ਨਹੀਂ ਬਣੀ। ਮੈਂ ਹਮੇਸ਼ਾ ਇਸ ਚੀਜ਼ ਦੇ ਹੱਕ ਦੇ ਵਿੱਚ ਹਾਂ ਕਿ ਫੈਕਟਸ ਜਿਹੜੇ ਆ ਉਹ ਮੁੜ ਮੁੜ ਕੇ ਚੈੱਕ ਕੀਤੇ ਜਾਣੇ ਚਾਹੀਦੇ ਆ। ਕਈ ਵਾਰੀ ਅੱਜ ਕੱਲ੍ਹ ਕਾਹਲ ਦੇ ਚੱਕਰ ਦੇ ਵਿੱਚ, ਖਬਰਾਂ ਦੇ ਵਿੱਚ ਪਹਿਲੇ ਨੰਬਰ ਤੇ ਬਣਨ ਦੇ ਚੱਕਰ ਦੇ ਵਿੱਚ, ਜਾਂ ਜ਼ਿਆਦਾ ਵਿਊਅਰਸ਼ਿਪ ਜਾਂ ਆਡੀਅנס ਜਾਂ ਰੀਡਰਸ਼ਿਪ ਆਪਾਂ ਬਟੋਰਨ ਦੇ ਚੱਕਰ ਦੇ ਵਿੱਚ ਦੇਖਦੇ ਹਾਂ, ਕਾਲ ਕਰ ਜਾਂਦੇ ਆ ਕਈ ਵਾਰੀ ਮੀਡੀਆ ਪਰਸਨਸ। ਇਸ ਗੱਲ ਦਾ ਜ਼ਰੂਰ ਜ਼ਿੰਮੇਵਾਰੀ ਦੇ ਤੌਰ ਤੇ ਖਿਆਲ ਰੱਖਣਾ ਚਾਹੀਦਾ ਕਿ ਫੈਕਟਸ ਚੈੱਕ ਕੀਤੇ ਜਾਣ, ਇਨਫੋਰਮੇਸ਼ਨ ਬਾਇਸਡ ਨਾ ਹੋਵੇ। ਮੇਰੀ ਨਜ਼ਰ ਦੇ ਵਿੱਚ ਸਹੀ ਪੱਤਰਕਾਰੀ ਉਹੀ ਹੈ। ਬਿਲਕੁਲ, ਬਹੁਤ ਵਧੀਆ ਨਵਜੋਤ ਜੀ, ਬਹੁਤ ਵਧੀਆ ਗੱਲਾਂ ਤੁਸੀਂ ਦੱਸੀਆਂ ਨੇ ਕਿ ਕੀ ਕੁਝ ਕਰਨਾ ਚਾਹੀਦਾ ਇੱਕ ਪੱਤਰਕਾਰ ਨੂੰ। ਐਜ਼ ਇੰਡੀਵਿਜੂਅਲ ਵੀ ਸਾਨੂੰ ਕੀ ਕਰਨਾ ਚਾਹੀਦਾ, ਇੱਕ ਪੱਤਰਕਾਰ ਹੀ ਨਹੀਂ, ਇੱਕ ਇਨਸਾਨ ਹੋਣ ਦੇ ਨਾਤੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਆ। ਸੋ ਹੁਣ ਸਾਡੀ ਜ਼ਿੰਮੇਵਾਰੀ ਹੈ, ਸਾਡਾ ਕਰਤੱਵ ਹੈਗਾ ਆ ਕਿ ਅਸੀਂ ਚੰਗਾ ਪਛਾਣੀਏ, ਚੰਗਾ ਦੀ ਸਪੋਰਟ ਕਰੀਏ, ਨਾ ਕਿ ਮਾੜੇ ਦੀ ਸਪੋਰਟ ਕਰੀਏ। ਕੀ ਕਹਿਣਾ ਚਾਹੁੰਦੇ ਆ ਲਾਸਟ ਉੱਤੇ ਵਿਊਅਰਸ ਨੂੰ? ਮੈਂ ਇਹੀ ਕਹਾਂਗੀ ਕਿ ਮੈਂ ਚੰਗਾ ਮਾੜਾ ਦੱਸਣ ਵਾਲੀ, ਮੈਨੂੰ ਲੱਗਦਾ ਕਿ ਜਿਵੇਂ ਅਰਸ਼ ਨੇ ਕਿਹਾ, ਮੈਂ ਕੁਝ ਨਹੀਂ ਹੈਗੀ। ਆਪਾਂ ਸਾਰਿਆਂ ਨੂੰ ਪਤਾ ਹੁੰਦਾ, ਜਦੋਂ ਆਪਾਂ ਆਪਣੇ ਦਿਲ ਤੋਂ ਪੁੱਛ ਕੇ ਦੇਖਦੇ ਆ ਨਾ ਕਿ ਗਲਤ ਕੀ ਹੈ, ਸਹੀ ਕੀ ਹੈ, ਪਤਾ ਸਾਨੂੰ ਸਾਰਿਆਂ ਨੂੰ ਹੁੰਦਾ। ਪਰ ਕਈ ਵਾਰ ਆਪਾਂ ਇਹ ਦੇਖਦੇ ਹਾਂ ਕਿ ਸਾਡੇ ਕੋਲੋਂ ਸੱਚ ਦੇ ਨਾਲ ਖੜੇ ਨਹੀਂ ਹੋਇਆ ਜਾਂਦਾ, ਕਮੀ ਸਾਡੀ ਉੱਥੇ ਹੀ ਰਹਿ ਜਾਂਦੀ ਹੈ। ਥੋੜ੍ਹਾ ਜਿਹਾ ਹੌਸਲਾ ਰੱਖੀਏ, ਹੌਸਲਾ ਆਪਣਾ ਬੁਲੰਦ ਰੱਖੀਏ। ਜੇ ਕਿਤੇ ਆਪਾਂ ਸੱਚ ਨੂੰ ਸੱਚ ਕਹਿਣ ਦੀ ਆਦਤ ਪਾ ਲਈਏ
ਤੇ ਇਹ ਦੁਨੀਆ ਸਾਨੂੰ ਹੋਰ ਵੀ ਖੂਬਸੂਰਤ ਲੱਗੇਗੀ। ਬਿਲਕੁਲ ਜੀ, ਥੈਂਕ ਯੂ ਨਵਜੋਤ ਜੀ, ਥੈਂਕ ਯੂ ਤੁਸੀਂ ਟਾਈਮ ਦੇਣ ਦੇ ਲਈ। ਤੇ ਹੁਣ ਇੱਕ ਟਾਈਮ ਵੀ ਸਾਡੇ ਕੋਲ ਪੈਂਡੈਮਿਕ ਵਾਲਾ ਚੱਲ ਰਿਹਾ ਹੈਗਾ, ਸੋ ਉਸ ਟਾਈਮ ਦੇ ਲਈ ਵਿੱਚ ਵੀ ਤੁਸੀਂ ਸੇਫ ਰਹੋ, ਸੁਰੱਖਿਅਤ ਰਹੋ ਤੇ ਇਦਾਂ ਹੀ ਜਿਹੜੀ ਹੈਗੀ ਹੈ ਸਾਨੂੰ ਇਨਫੋਰਮੇਸ਼ਨ ਦਿੰਦੇ ਰਹੋ। ਥੈਂਕ ਯੂ ਸੋ ਮਚ, ਸ਼ੁਕਰੀਆ। ਸੋ ਅੱਜ ਨਵਜੋਤ ਜੀ ਦੇ ਨਾਲ ਗੱਲਬਾਤ ਹੋਈ। ਇੱਕ ਆਰਟਿਸਟ ਦੇ ਵੱਲੋਂ ਪੱਤਰਕਾਰ ਨੂੰ ਜੋ ਗਲਤ ਅਬਿਊਜ਼ਿਵ ਲੈਂਗੁਏਜ ਵਰਤੀ ਗਈ ਹੈ, ਨਿੰਦਣਯੋਗ ਹੈਗੀ ਹੈ, ਨਿੰਦਾ ਕਰਦੇ ਹਾਂ ਅਸੀਂ ਉਸ ਦੀ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ ਹੈਗਾ ਆ, ਸਾਨੂੰ ਆਪਣੀ ਆਵਾਜ਼ ਵੀ ਬੁਲੰਦ ਕਰਨੀ ਚਾਹੀਦੀ ਹੈ। ਪਰ ਜਿਵੇਂ ਨਵਜੋਤ ਜੀ ਨੇ ਦੱਸਿਆ ਕਿ ਬੁਲੰਦ ਕਰਨੀ ਚਾਹੀਦੀ ਹੈ ਇੱਕ ਵਧੀਆ ਆਵਾਜ਼, ਪਰ ਦੇਖਣਾ ਚਾਹੀਦਾ ਕਿ ਕਿਸ ਟੋਨ ਦੇ ਵਿੱਚ ਹੋਣੀ ਚਾਹੀਦੀ ਹੈ, ਉਹਨੂੰ ਕੰਟਰੋਲ ਵੀ ਕਰਨਾ ਚਾਹੀਦਾ ਜੇ ਕੁਝ ਗਲਤ ਹੋ ਰਿਹਾ ਹੈਗਾ ਆ। ਸੋ ਇਦਾਂ ਹੀ ਜਿਵੇਂ ਅਸੀਂ ਹੁਣ ਪੱਤਰਕਾਰੀ ਦੀ ਗੱਲ ਕੀਤੀ ਸੀ, ਇਹਦੇ ਵਿੱਚ ਸੱਚ ਦਾ ਸਾਥ ਦੇਣਾ ਚਾਹੀਦਾ ਸਾਨੂੰ, ਹਰ ਕਿਸੇ ਨੂੰ ਆਪਣੀ ਨਾਰਮਲ ਲਾਈਫ ਦੇ ਵਿੱਚ ਵੀ ਸੱਚ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਝੂਠ ਦੇ ਕਦੇ ਵੀ ਪੈਰ ਨਹੀਂ ਹੁੰਦੇ। ਸੋ ਇਦਾਂ ਹੀ ਇਨਫੋਰਮੇਸ਼ਨ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।